Hello students, this is Ajit Pal Singh from Apollo Academy Sangrur, and yesterday we have discussed about the resistances which are connected in series, and to those circuit we called it the voltage divider circuit, and today we will discuss about the resistances which are connected in parallel, and that circuit is called current dividing circuits. ठीक है बेटा, देखो combination of ਰੈਜ਼ਿਸਟੈਂਸ ਦੀ ਗੱਲ ਕਰ ਰਹੇ ਸੀ ਆਪਾਂ, ਕੱਲ ਸ਼ੁਰੂ ਕੀਤਾ ਸੀ ਕੰਬੀਨੇਸ਼ਨ ਆਫ ਰੈਜ਼ਿਸਟੈਂਸ। ਤਾਂ ਕੰਬੀਨੇਸ਼ਨ ਆਫ ਰੈਜ਼ਿਸਟੈਂਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਟਾਈਪ ਕੀਤਾ ਸੀਗਾ ਜਿਹਦੇ ਵਿੱਚ ਸੀਰੀਜ਼ ਦੇ ਵਿੱਚ ਰੈਜ਼ਿਸਟੈਂਸਿਸ ਲੱਗੀਆਂ ਹੋਈਆਂ ਸੀ, ਆਪਾਂ ਕੱਲ ਕਰ ਚੁੱਕੇ ਹਾਂ। ਉਹਦੇ 'ਚ ਮੈਂ ਤੁਹਾਨੂੰ ਕਿਹਾ ਸੀ ਦੋ ਗੱਲਾਂ ਦਾ ਖਾਸ ਖਿਆਲ ਰੱਖਣਾਗਾ, ਠੀਕ ਹੈ, ਵੀ ਕਰੰਟ ਸਾਰਿਆਂ ਦੇ ਵਿੱਚ ਕੀ ਰਹੂਗਾ ਤੁਸੀਂ ਦੱਸੋ ਮੈਨੂੰ, ਤੇ ਵੋਲਟੇਜ ਸਾਰੇ ਰੈਜ਼ਿਸਟੈਂਸ ਦੇ ਵਿੱਚ ਕੀ ਰਹੂਗੀ ਉਹ ਵੀ ਤੁਸੀਂ ਦੱਸੋ, ਠੀਕ ਹੈ। ਤਾਂ ਆਪਦੇ ਦਿਮਾਗ ਤੇ ਬੋਝ ਪਾਓ, ਥੋੜਾ ਜਿਹਾ ਦੱਸੋ ਵੀ ਉਹ ਚੀਜ਼ਾਂ ਕੀ ਸੀਗੀਆਂ। ਹੁਣ ਆਪਾਂ ਅੱਜ ਗੱਲ ਕਰਦੇ ਹਾਂ second type of combination in which resistances are connected in parallel. हाँ जी बेटा, पैरेलल का मतलब की आ? पैरेलल का मतलब ये शुरुआत कित्थों होगी? पैरेलल का मतलब है बेटा भी ਆਪਾਂ ਹਰੇਕ ਰੈਜ਼ਿਸਟੈਂਸ ਨੂੰ ਅਲੱਗ ਵਾਇਰ ਦੇ ਥਰੂ ਸੋਰਸ ਨਾਲ ਜੋੜੀਏ, ਹਰੇਕ ਰੈਜ਼ਿਸਟੈਂਸ ਨੂੰ ਅਲੱਗ ਵਾਇਰ ਦੇ ਥਰੂ ਸੋਰਸ ਨਾਲ ਜੋੜੀਏ। ਤਾਂ ਸ਼ੁਰੂਆਤ ਕਿੱਥੋਂ ਹੋਊਗੀ? ਸੀਰੀਜ਼ ਤਾਂ ਬਹੁਤ ਸਿੰਪਲ ਸੀ, ਇਹਨੂੰ ਥੋੜਾ ਜਿਹਾ ਧਿਆਨ ਨਾਲ ਸਮਝੋ। ਐਕਚੁਅਲ ਲਾਈਫ ਦੇ ਵਿੱਚ ਪੈਰਲਲ ਕਿਵੇਂ ਦਿਖਦਾ ਹੋਊਗਾ? ਇਹ ਬੇਟਾ ਆਪਣੀ ਬੈਟਰੀ ਹੈ, ਠੀਕ ਹੈ। ਇਹ ਬੈਟਰੀ ਦੇ ਨਾਲ ਮੈਂ ਇੱਕ ਰਜਿਸਟਰ ਜੋੜਤਾ, ਠੀਕ ਹੈ। ਇਹ ਬੈਟਰੀ ਦੇ ਨਾਲ ਹੀ ਮੈਂ ਦੂਜਾ ਰਜਿਸਟਰ ਜੋੜਤਾ, ਬਟ ਉਹ ਪਹਿਲੇ ਰਜਿਸਟਰ ਨਾਲ ਕੋਈ ਵੀ ਉਹਦਾ ਲੈਣ ਦੇਣ ਨਹੀਂ ਹੈਗਾ ਬੇਟਾ। ਇਸ ਬੈਟਰੀ ਦੇ ਨਾਲ ਹੀ ਮੈਂ ਅਲੱਗ ਤੋਂ ਤੀਜਾ ਰਜਿਸਟਰ ਜੋੜਤਾ ਤੇ ਉਹਦਾ ਦੋ ਰਜਿਸਟਰਸ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਹੁਣ ਇੱਕ ਗੱਲ ਦੇਖੋ, ਇੱਥੇ ਮੈਂ ਤਿੰਨੇ ਰਜਿਸਟਰ ਇੱਕ ਸੋਰਸ ਨਾਲ ਜੋੜੇ ਨੇ, ਤਿੰਨੇ ਰਜਿਸਟਰ ਇੱਕ ਸੋਰਸਿਸ ਨਾਲ ਜੋੜੇ ਨੇ। ਮਤਲਬ ਇੱਥੋਂ ਮੈਨੂੰ ਇੱਕ ਗੱਲ ਕਲੀਅਰ ਹੋ ਜਾਂਦੀ ਆ ਵੀ ਜਿੰਨੀ ਵੋਲਟੇਜ ਪਹਿਲੇ ਰਜਿਸਟਰ ਨੂੰ ਮਿਲੂਗੀ ਉਨੀ ਹੀ ਵੋਲਟੇਜ ਦੂਜੇ ਰਜਿਸਟਰ ਨੂੰ ਮਿਲੂ, ਉਨੀ ਹੀ ਵੋਲਟੇਜ ਤੀਜੇ ਰਜਿਸਟਰ ਨੂੰ ਮਿਲੂਗੀ। ਕਿਉਂ? ਕਿਉਂਕਿ ਜੇ ਮੈਂ ਇਹਨਾਂ ਨੂੰ ਅਲੱਗ-ਅਲੱਗ ਜੋੜਿਆ ਤਾਂ ਇਹਦਾ ਮਤਲਬ ਵੋਲਟੇਜ ਤਾਂ ਸੇਮ ਜਾਊਗੀ ਨਾ, ਉਸ ਤਰ੍ਹਾਂ ਦੇ ਸੈੱਲ ਨਾਲ ਹੀ ਜੋੜਿਆ ਗਿਆਗਾ, ਤਾਂ ਇੱਥੇ ਵੋਲਟੇਜ ਸੇਮ ਰਹੂ। ਇਹ ਤੇ ਵੀ 20 ਵੋਲਟ ਰਹੂ ਜਿਹੜੀ ਅਪਲਾਈਡ ਵੋਲਟੇਜ ਆ, ਇਹਦੇ ਤੇ ਵੀ 20 ਵੋਲਟ ਰਹੂ, ਇਹਦੇ ਉੱਤੇ ਵੀ 20 ਵੋਲਟ ਰਹੂ ਅਪਲਾਈਡ ਵੋਲਟੇਜ। ਇਹ ਤਿੰਨਾਂ ਰੈਜ਼ਿਸਟੈਂਸਿਸ ਦੇ ਉੱਤੇ ਬੇਟਾ ਵੋਲਟੇਜ ਸੇਮ ਰਹੂਗੀ, ਵੋਲਟੇਜ ਸੇਮ ਰਹੂਗੀ। ਇਹਨਾਂ ਦਾ ਹੁਣ ਮੈਂ ਕੀ ਕੀਤਾ, ਹੁਣ ਮੈਂ ਥੋੜਾ ਜਿਹਾ ਇੱਕ ਦਿਮਾਗ ਲਾਇਆ ਵੀ ਐਵੇਂ ਤਾਰ ਬਹੁਤ ਜ਼ਿਆਦਾ ਯੂਜ਼ ਹੁੰਦੀ ਆ, ਮੈਂ ਕੀ ਕੀਤਾ, ਮੈਂ ਆਹ ਚੀਜ਼ ਕਰਤੀ ਇੱਥੇ, ਇਹਨਾਂ ਤਿੰਨਾਂ ਨੂੰ ਇੱਥੇ ਜੁਆਇੰਟ ਲਾ ਕੇ ਇੱਕ ਤਾਰ ਨਾਲ ਜੋੜਤਾ। ਇੱਥੇ ਜੁਆਇੰਟ ਲਾ ਕੇ ਬੇਟਾ ਇੱਕ ਤਾਰ ਦੇ ਨਾਲ ਇਹਨਾਂ ਨੂੰ ਜੋੜ ਦਿੱਤਾ ਗਿਆ। ਇਹ ਹੋ ਸਕਦਾ, ਦਿਸ ਇਜ਼ ਪੈਰਲਲ। ਇੱਥੋਂ ਜਾਊਗਾ ਸਾਰਾ ਵੋਲਟੇਜ ਸੇਮ ਹੈ, ਇੱਥੋਂ ਬੇਟਾ ਕਰੰਟ ਜਾਊ, ਕਰੰਟ ਇੱਥੇ ਜਾ ਕੇ ਤਿੰਨ ਹਿੱਸਿਆਂ 'ਚ ਟੁੱਟ ਜੂਗਾ। ਇਹ 'ਚ ਜੇ ਮੈਂ ਕਹਿ ਰਿਹਾ I ਕਰੰਟ ਜਾਊਗਾ ਨਾ, ਤਾਂ ਇੱਥੇ I1 ਜਾਊ, ਇੱਥੇ ਜਾਊਗਾ I2, ਇੱਥੇ ਜਾਊਗਾ I3, ਤੇ ਅੱਗੇ ਅੱਗੇ ਇਹਦੇ ਵਿੱਚੋਂ ਲੰਘਣਗੇ ਇਹ ਤਿੰਨੇ ਕਰੰਟ, ਸੇਮ ਇਹ ਐਂਡ ਤੇ ਆਉਣਗੇ। ਇਹਦੇ ਵਿੱਚ ਕਿਹੜਾ ਗਿਆ ਸੀ I1, ਤਾਂ ਇੱਥੇ I1 ਕਰੰਟ ਹੈ, ਇਹਦੇ ਵਿੱਚ I2 ਕਰੰਟ ਹੈ, ਇਹਦੇ ਵਿੱਚ I3 ਕਰੰਟ ਹੈ। ਜਦੋਂ ਇੱਥੇ ਆ ਕੇ ਮਿਲ ਗਏ ਉਦੋਂ ਟੋਟਲ ਕਰੰਟ ਦੁਬਾਰਾ ਬਣ ਜੂ I, ਤਾਂ ਇਹ I ਕਰੰਟ ਬਣ ਜੂਗਾ। ਇਹਦੀ ਡਾਇਗਰਾਮ ਹੀ ਆਪਾਂ ਨੂੰ ਦੱਸ ਰਹੀ ਆ ਵੀ ਇਹਦੇ ਵਿੱਚ ਕੀ ਕੌਨਸਟੈਂਟ ਰਹਿਣਾ ਚਾਹੀਦਾ ਤੇ ਕੀ ਵੇਰੀਏਬਲ। ਸੇਮ ਚੀਜ਼ ਆਪਾਂ ਐਕਸਪੈਰੀਮੈਂਟ ਦੇ ਵਿੱਚ ਫੀਲ ਕੀਤੀ। ਆਪਾਂ ਕੀ ਕੀਤਾ ਬੇਟਾ, ਇੱਥੇ ਵੋਲਟ ਮੀਟਰ ਲਾਇਆ, ਇੱਥੇ ਐਮੀਟਰ ਲਾਇਆ, ਇਹਦੇ ਅਕ੍ਰੋਸ ਵੀ ਵੋਲਟ ਮੀਟਰ ਲਾਇਆ, ਇਹਦੇ ਅਕ੍ਰੋਸ ਐਮੀਟਰ ਲਾਇਆ, ਇਹਦੇ ਅਕ੍ਰੋਸ ਵੀ ਵੋਲਟ ਮੀਟਰ ਲਾਇਆ, ਇਹਦੇ ਅਕ੍ਰੋਸ ਐਮੀਟਰ ਲਾਇਆ। ਆਪਾਂ ਦੇਖਿਆ ਵੋਲਟ ਮੀਟਰ ਦੀ ਤਿੰਨਾਂ ਦੀ ਰੀਡਿੰਗ ਕੀ ਸੀ ਬੇਟਾ, ਸੇਮ ਸੀਗੀ, ਮਤਲਬ ਵੋਲਟੇਜ ਤਿੰਨਾਂ ਵਿੱਚੋਂ ਬਰਾਬਰ ਵੋਲਟੇਜ ਤੇ ਕੰਮ ਕਰ ਰਹੇ ਸੀ। ਐਮੀਟਰ ਚੇਂਜ ਸੀ, ਇਹ ਅਲੱਗ ਸੀ, ਇਹ ਅਲੱਗ ਸੀ, ਇਹ ਅਲੱਗ ਸੀ, ਠੀਕ ਹੈ ਜੀ। ਹੁਣ ਇਹ ਕਿਉਂ ਸੀ, ਇਹਦਾ ਰੀਜ਼ਨ ਸੁਣੋ। V = IR, वोल्टेज कांस्टेंट है,
ए रेजिस्टेंस ਨੂੰ ਮੈਂ ਕਹਿ ਰਿਹਾ R1, ए रेजिस्टेंस ਨੂੰ ਮੈਂ ਕਹਿ ਰਿਹਾ R2, ए रेजिस्टेंस ਨੂੰ ਮੈਂ ਕਹਿ ਰਿਹਾ R3। रेजिस्टेंस ਤਿੰਨੋਂ ਵੇਰੀ ਕਰ ਰਹੀਆਂ ਨੇ, ਵੇਰੀ ਕਰ ਰਹੀਆਂ ਨੇ ਨਾ। ਵੋਲਟੇਜ ਕਾਂਸਟੈਂਟ ਹੈ, रेजिस्टेंस ਵੇਰੀ ਕਰ ਰਹੀ ਹੈ, I ਕੀ ਕਰੂਗਾ, I ਵੇਰੀ ਕਰੂਗਾ। ਕਿਉਂ ਕਰੂਗਾ ਬੇਟਾ, ਕਿਉਂਕਿ ਆਪਾਂ ਵੋਲਟੇਜ ਨੂੰ ਕਾਂਸਟੈਂਟ ਰੱਖਣਾ। ਫੋਰ ਐਗਜ਼ਾਮਪਲ ਮੈਂ ਇਧਰਲੇ ਪਾਸੇ 10 ਰੱਖਣਾ, 10 ਇਜ਼ ਇਕੁਅਲ ਟੂ ਮੈਂ ਕੀ ਕਰ ਸਕਦਾ 10 into 1, ਠੀਕ ਹੈ ਜੀ। 10 ਇਜ਼ ਇਕੁਅਲ ਟੂ ਮੈਂ ਕੀ ਕਰ ਸਕਦਾ 2 into 5, 10 ਇਜ਼ ਇਕੁਅਲ ਟੂ ਮੈਂ ਕੀ ਕਰ ਸਕਦਾ 10 into 1। ਹੁਣ ਇੱਥੇ ਕੀ ਹੈ 10 ਵੋਲਟੇਜ ਹੈ, ਠੀਕ ਹੈ, ਵੋਲਟੇਜ 10 ਹੈ, ਸਾਰਿਆਂ ਦੇ ਉੱਤੇ 10 ਹੈ, ਪਰ ਜਦੋਂ ਕਰੰਟ ਆ ਜਿਹੜਾ ਉਹ 10 ਐਂਪੀਅਰ ਪਾਸ ਕਰ ਰਿਹਾ ਤਾਂ ਉਦੋਂ ਰੈਜ਼ਿਸਟੈਂਸ ਕਿੰਨੀ ਆ 1 ਹੈ, ਇਹ R1 ਹੈ। ਜਦੋਂ ਵੋਲਟੇਜ 10 ਹੈ, ਕਰੰਟ ਉਦੋਂ 2 ਐਂਪੀਅਰ ਪਾਸ ਕਰ ਰਿਹਾ, ਉਦੋਂ ਰੈਜ਼ਿਸਟੈਂਸ ਕਿੰਨੀ ਆ 5 ਹੈ, ਇਹ R2 ਹੈ, ਠੀਕ ਹੈ। ਵੋਲਟੇਜ 10 ਹੈ, ਕਰੰਟ ਉਹ ਚੋਂ 10 ਐਂਪੀਅਰ ਪਾਸ ਕਰ ਰਿਹਾ, ਉਦੋਂ ਰੈਜ਼ਿਸਟੈਂਸ ਕਿੰਨੀ ਆ 1 ਹੈ, ਇਹ R3 ਹੈ। ਹੋ ਗਏ ਨਾ, R1 R2 R3 ਡਿਫਰੈਂਟ ਨੇ, ਵੋਲਟੇਜ ਸੇਮ ਆ, ਉਹਨਾਂ ਦੇ ਹਿਸਾਬ ਨਾਲ ਕਰੰਟ ਕੀ ਕਰੂਗਾ ਬੇਟਾ ਅਲੱਗ-ਅਲੱਗ ਪਾਸ ਕਰੂਗਾ। ਇਹ ਵੀ ਆਪਾਂ ਪ੍ਰੂਫ ਕਰ ਲਿਆ, ਇਹ ਆਪਾਂ V = IR ਲਾ ਕੇ ਪ੍ਰੂਫ ਕਰ ਚੁੱਕੇ ਆ ਵੀ ਜੇ ਇਧਰਲੇ ਪਾਸੇ ਕਾਂਸਟੈਂਟ ਰੱਖਣਾ ਤੇ ਦੋਨੇ ਚੀਜ਼ਾਂ ਵੇਰੀਏਬਲ ਨੇ ਤਾਂ ਦੋਨੇ ਚੀਜ਼ਾਂ ਇੱਕ ਦੂਜੇ ਦੇ ਹਿਸਾਬ ਨਾਲ ਵੇਰੀ ਕਰਨਗੀਆਂ। ਇੱਕ ਗੱਲ ਹੋਰ ਵੀ ਆ, ਇੱਥੋਂ ਆਪਾਂ ਨੂੰ ਕੀ ਪਤਾ ਲੱਗਦਾ, ਇੱਥੋਂ ਆਪਾਂ ਨੂੰ ਪਤਾ ਲੱਗਦਾ ਜੇ ਵੋਲਟੇਜ ਕਾਂਸਟੈਂਟ ਰੱਖਣੀ ਆ ਆਪਾਂ, ਧਿਆਨ ਨਾਲ ਦੇਖੋ, ਜਿੱਥੇ ਰੈਜ਼ਿਸਟੈਂਸ ਘੱਟ ਹੈ ਉੱਥੇ ਕਰੰਟ ਸਭ ਤੋਂ ਜ਼ਿਆਦਾ ਆ, ਜਿਵੇਂ ਰੈਜ਼ਿਸਟੈਂਸ ਵਧੀ ਕਰੰਟ ਘਟ ਗਿਆ, ਠੀਕ ਹੈ। ਤੇ ਇੱਥੇ ਵੀ ਰੈਜ਼ਿਸਟੈਂਸ ਘੱਟ ਹੈ ਤਾਂ ਕਰੰਟ ਜ਼ਿਆਦਾ ਆ, ਠੀਕ ਹੈ। ਇੱਕ 10 ਹੋਰ ਮੰਨ ਲੈਣਾ ਮੈਂ, ਉਹ ਹੋਊ ਆਪਣਾ 1 into 10, ਇੱਥੇ 1 ਐਂਪੀਅਰ ਕਰੰਟ ਹੈ, 10 ਓਮ ਰੈਜ਼ਿਸਟੈਂਸ ਹੈ, ਜਿੱਥੇ ਰੈਜ਼ਿਸਟੈਂਸ ਵੱਧ ਗਈ ਉੱਥੇ ਕਰੰਟ ਘਟ ਗਿਆ। ਇਹਦਾ ਮਤਲਬ ਕੀ ਹੋ ਗਿਆ ਬੇਟਾ, ਵੈਸੇ ਵੀ ਆਪਾਂ ਨੂੰ ਅਕੋਰਡਿੰਗ V = IR ਤੋਂ ਪਤਾ ਲੱਗ ਰਿਹਾ ਵੀ ਜੇ V, ਇੱਥੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ, ਇੱਧਰ ਧਿਆਨ ਦਿਓ, ਇੱਥੋਂ ਆਪਾਂ ਨੂੰ ਜੇ ਇਹ ਚੀਜ਼ ਪਤਾ ਲੱਗ ਰਹੀ ਹੈ ਵੀ V = IR, V ਕਾਂਸਟੈਂਟ ਹੈ, ਕਾਂਸਟੈਂਟ = IR, ਇਹ ਦੋਨੀ ਵੇਰੀਏਬਲ ਨੇ, ਇਹ ਵੀ ਵੇਰੀਏਬਲ ਹੈ, ਇਹ ਵੀ ਵੇਰੀਏਬਲ ਹੈ। I ਤੇ R ਚ ਕਿਹੜਾ ਰਿਲੇਸ਼ਨ ਹੋ ਗਿਆ, ਕਾਂਸਟੈਂਟ ਬਾਈ I = R। ਦੇਖੋ ਇਹ ਕਿਹੜਾ ਰਿਲੇਸ਼ਨ ਹੈ, 1/I ਇਨਵਰਸਲੀ ਪ੍ਰੋਪੋਰਸ਼ਨਲ ਟੂ R। ਜਿੰਨੀ R ਵਧੂਗੀ I ਘਟੂ, ਓਬਵੀਅਸਲੀ ਇਹ ਤਾਂ ਆਪਾਂ ਨੂੰ ਕੁਝ ਕਹਿਣ ਦੀ ਵੀ ਨਹੀਂ ਲੋੜ ਹੈਗੀ। ਜਿੰਨੀ ਰੈਜ਼ਿਸਟੈਂਸ ਜ਼ਿਆਦਾ ਹੋਊਗੀ ਉਨਾ ਉਹਦੇ ਵਿੱਚੋਂ ਕਰੰਟ ਘੱਟ ਪਾਸ ਹੋਊਗਾ, ਜਿੰਨੀ ਰੈਜ਼ਿਸਟੈਂਸ ਜ਼ਿਆਦਾ ਹੋਊਗੀ ਕਿਸੇ ਰਜਿਸਟਰ ਦੀ ਉਹਨਾਂ ਉਹ ਚੋਂ ਕਰੰਟ ਕੀ ਹੋਊਗਾ ਘੱਟ ਪਾਸ ਹੋਊਗਾ ਬੇਟਾ, ਸਿੱਧੀ ਚੀਜ਼ ਇਹਦੇ ਵਿੱਚ ਹੈ। ਤਾਂ ਕੀ ਹੁੰਦਾ, ਕਰੰਟ ਨਾ ਇੱਕ ਕਰੰਟ ਦੀ ਪ੍ਰੋਪਰਟੀ ਆ, ਕਰੰਟ ਫੋਲੋ ਲੀਸਟ ਰੈਜ਼ਿਸਟੈਂਸ ਪਾਥ। ਜਿਹੜਾ ਕਰੰਟ ਆ ਉਹ ਹਮੇਸ਼ਾ ਘੱਟ ਰੈਜ਼ਿਸਟੈਂਸ ਪਾਥ ਫੋਲੋ ਕਰਦਾ ਹੈਗਾ, ਇਹ ਕਰੰਟ ਦੀ ਪ੍ਰੋਪਰਟੀ ਆ। ਆਪਣੀ ਵੀ ਇਹੀ ਪ੍ਰੋਪਰਟੀ ਆ, ਆਪਾਂ ਹਮੇਸ਼ਾ ਉਹ ਪਾਥ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਸੌਖਾ ਹੋਵੇ, ਉਵੇਂ ਕਰੰਟ ਹੈ। ਪਰ ਇੱਥੇ ਉਹਨੂੰ 3 ਚ ਵੰਡਣਾ ਪੈ ਗਿਆ, ਇਹਦਾ ਮਤਲਬ ਕੀ ਹੋ ਗਿਆ, ਜਿਹਦੀ ਰੈਜ਼ਿਸਟੈਂਸ ਜ਼ਿਆਦਾ ਹੋਊ ਉੱਥੋਂ ਘੱਟ ਕਰੰਟ ਜਾਊਗਾ, ਉੱਥੋਂ ਘੱਟ ਕਰੰਟ ਪਾਸ ਹੋਊਗਾ। ਜਿਹਦੀ ਰੈਜ਼ਿਸਟੈਂਸ ਘੱਟ ਹੋਊਗੀ ਉੱਥੋਂ ਜ਼ਿਆਦਾ ਕਰੰਟ ਪਾਸ ਹੋਊਗਾ। ਨੋ ਡਾਊਟ ਵੋਲਟੇਜ ਕਿੰਨੀ ਆ, ਵੋਲਟੇਜ ਕਿੰਨੀ ਆ ਫਰਕ ਨਹੀਂ ਪੈਂਦਾ, ਪਰ ਜਿੱਥੇ ਰੈਜ਼ਿਸਟੈਂਸ ਜ਼ਿਆਦਾ ਹੋਊ ਉੱਥੇ ਕਰੰਟ ਘੱਟ ਪਾਸ ਹੋਊਗਾ। ਤੇ ਉਹਨਾਂ ਦੋਨਾਂ ਦਾ ਰੈਜ਼ਿਸਟੈਂਸ ਇਨਟੂ ਕਰੰਟ ਕਿਹਦੇ ਇਕੁਅਲ ਜਾਊਗਾ, ਵੋਲਟੇਜ ਦੇ ਇਕੁਅਲ ਜਾਊ। ਤਾਂ ਕਰਕੇ ਜੇ ਦੋ ਚੀਜ਼ਾਂ ਵੇਰੀਏਬਲ ਨੇ ਤੇ ਤੀਜੀ ਕਾਂਸਟੈਂਟ ਆ ਤਾਂ ਉਹ ਦੋਨੀ ਆਪਸ ਦੇ ਵਿੱਚ ਇਸ ਤਰ੍ਹਾਂ ਨਾਲ ਵੇਰੀਏਬਲ ਹੋਣਗੀਆਂ ਵੀ ਜੇ ਇੱਕ ਘਟੂਗੀ ਤਾਂ ਦੂਜੀ ਵਧੂਗੀ, ਜੇ ਇੱਕ ਵਧੂਗੀ ਤਾਂ ਦੂਜੀ ਘਟੂਗੀ। ਠੀਕ ਹੈ, ਇਹ ਆਪਾਂ ਦੇਖ ਹੀ ਲਿਆ। ਜੇ ਮੈਂ 5 into 2 ਕਰਕੇ 10 ਕਰ ਰਿਹਾ, ਇਹ ਚੀਜ਼ 5 ਆ 2 ਆ। ਜੇ ਮੈਂ 10 into 1 ਕਰ ਰਿਹਾ ਤਾਂ ਵੀ 10 ਹੈ। ਹੁਣ ਇਹ ਚੀਜ਼ ਵੱਧ ਗਈ, ਇੱਥੇ ਮਲਟੀਪਲੀਕੇਸ਼ਨ ਦੇ ਵਿੱਚ ਇਹ ਘਟ ਗਿਆ। ਸੇਮ ਚੀਜ਼ ਆਪਣੇ ਕੋਲ V = IR ਲਾ ਕੇ ਪੈਰਲਲ ਵਾਸਤੇ ਹੋ ਰਿਹਾ ਹੈਗਾ। ਤਾਂ ਹੁਣ ਪੈਰਲਲ ਕਨੈਕਸ਼ਨ ਦੀਆਂ ਆਪਣੇ ਕੋਲ ਦੋ ਪ੍ਰੋਪਰਟੀਜ਼ ਪੱਕੀਆਂ ਪਤਾ ਲੱਗ ਗਈਆਂ ਆਪਾਂ ਨੂੰ, ਜਿਵੇਂ ਆਪਾਂ ਨੂੰ ਸੀਰੀਜ਼ ਕਨੈਕਸ਼ਨ ਦੀਆਂ ਪਤਾ ਲੱਗੀਆਂ ਸੀਗੀਆਂ। ਤਾਂ ਪਹਿਲੀ ਪ੍ਰੋਪਰਟੀ ਕੀ ਆ ਬੇਟਾ ਪੈਰਲਲ ਕਨੈਕਸ਼ਨ ਦੀ, ਪਹਿਲੀ ਪ੍ਰੋਪਰਟੀ ਹੈਗੀ ਆ ਪੈਰਲਲ ਕਨੈਕਸ਼ਨ ਦੀ, that in parallel voltage across each resistor is constant। पहली प्रॉपर्टी की है, voltage across each resistance is constant and
इक्वल टू एप्लाइड वोल्टेज, जिन्नी वोल्टेज अप्लाई की ਉਹਦੇ इक्वल ही आ जाऊ सारिਆਂ ਦੇ अक्रॉस। नंबर टू की है बेटा, करंट थ्रू ईच resistor will vary and sum of currents will be equal to total current in circuit। ਇਹ ਦੋ ਚੀਜ਼ਾਂ ਆਪਣੇ ਮਾਈਂਡ ਦੇ ਵਿੱਚ ਬਿਠਾ ਲਓ, ਸੈੱਟ ਕਰ ਲਓ ਬਿਲਕੁਲ। ਇਹ ਦੋ ਚੀਜ਼ਾਂ ਨਾਲ ਹੀ ਤੁਹਾਡੇ ਨੂਮੈਰੀਕਲ ਸੋਲਵ ਹੋਣਗੇ। ਇਹ ਦੋ ਚੀਜ਼ਾਂ ਦੀ ਬਦੌਲਤ ਹੀ ਆਪਾਂ ਕੀ ਕਰਾਂਗੇ, ਆਰਟੀਕਲ ਡਰਾਈਵ ਕਰਾਂਗੇ, ਜਿਹਦੇ ਵਿੱਚ ਮੈਂ ਇਕੁਇਵਲੈਂਟ ਰੈਜ਼ਿਸਟੈਂਸ ਆਫ ਰੈਜ਼ਿਸਟਰਸ ਇਨ ਪੈਰਲਲ ਕੱਢੂੰਗਾ। ਇਹ ਦੋ ਚੀਜ਼ਾਂ ਕਰਕੇ ਕੱਢੂੰਗਾ, ਠੀਕ ਹੈ। ਤਾਂ ਇਹ ਦੋ ਚੀਜ਼ਾਂ ਕਲੀਅਰ ਨੇ ਬੇਟਾ। ਚਲੋ ਹੁਣ ਆਪਾਂ ਕਰਦੇ ਹਾਂ, ਇਹਦੇ ਵਿੱਚ ਆਪਾਂ ਨੂੰ ਇੱਕ ਚੀਜ਼ ਪਤਾ ਲੱਗ ਗਈ ਵੀ ਕਰੰਟ ਚੇਂਜ ਹੋ ਰਿਹਾ, ਹਰੇਕ ਰਜਿਸਟਰ ਦੇ ਅਕ੍ਰੋਸ। ਇਹਦਾ ਮਤਲਬ ਪਤਾ ਕੀ ਹੋ ਗਿਆ ਬੇਟਾ, ਇਹਦਾ ਮਤਲਬ ਹੋ ਗਿਆ ਦਿਸ ਇਜ਼ ਅ ਕਰੰਟ ਡਿਵਾਈਡਿੰਗ ਸਰਕਿਟ। ਸੋ ਰਜਿਸਟਰਸ ਇਨ ਪੈਰਲਲ ਆਰ करंट डिवाइडिंग सर्किट्स, ठीक है जी। मान लो आपां नूं पिछों करंट कॉन्स्टेंट आ रहा, पर मैनू किसी गैजेट लई घट करंट चाहिए, तो मैं उहदे पैरलल दे विच रेजिस्टेंस ला दूँ। इस हिसाब नाल लाऊं कि V इज इक्वल टू IR फॉलो करके गैजेट दे विचों सिर्फ उन्ना क करंट निकले जिन्ना क मैनू चाहिए। समझ आ रही है गल? तो इत्थे करंट डिवाइडर सर्किट का काम करता बेटा, वोल्टेज कॉन्स्टेंट रहिंदा ही इह। हुण आपां गल करदे हां भी ठीक है, मैं पैरलल दे विच रेजिस्टेंस लातीआं। तुहानूं डायग्राम किवें बनाई गई आ, तुहानूं डायग्राम इस तरह बनाई गई आ, देखो उन्होंने थोड़ा सिमिट्रीकल करता, जिहड़ा आपां बनाया सी ना उन्होंने हल्का जिहा सिमिट्रीकल करता। की कीता इन्होंने इस तरह इत्थों एक रेजिस्टेंस कढ़ती बेटा, इत्थों ही सैकेंड रेजिस्टेंस कढ़ती, इत्थों थर्ड रेजिस्टेंस कढ़ती, ठीक है। इत्थे जोड़ते तो इस तरह करते उन्होंने। इत्थे आपां इत्थे ला लो तुसीं, इत्थे किते ना लाओ, इत्थे रहण दो, हजे ना लाओ, इत्थे ला लो तुसीं स्विच ऑन करती, करंट जा रहा I, ਇਹਦੇ ਵਿੱਚੋਂ करंट जा रहा I1। ਇਹ ਲੈਟ ਅਸ ਕੰਸੀਡਰ R1 ਰੈਜ਼ਿਸਟੈਂਸ ਆ, ਇਹ R2 ਰੈਜ਼ਿਸਟੈਂਸ ਆ, ਇਹ R3 ਰੈਜ਼ਿਸਟੈਂਸ ਆ। ਇਹਦੇ ਵਿੱਚੋਂ करंट ਜਾ ਰਿਹਾ I2, ਇਹਦੇ ਵਿੱਚੋਂ करंट ਜਾ ਰਿਹਾ I3। ਇਹ ਅੱਗੇ ਜਾ ਕੇ ਇੱਥੇ ਸਾਰੇ ਇਕੱਠੇ ਹੋ ਜਾਣਗੇ। ਵੋਲਟਮੀਟਰ ਆਪਾਂ ਇਹਨਾਂ ਦਾ ਕਾਮਨ ਹੀ ਲਾਤਾ, ਅੱਗੇ ਵੋਲਟਮੀਟਰ ਆਪਾਂ ਕਾਮਨ ਲਾਤਾ ਕਿਉਂਕਿ ਵੋਲਟੇਜ ਸਾਰਿਆਂ ਤੇ ਸੇਮ ਹੈ, ਠੀਕ ਹੈ। ਤੇ I1 I2 I3 ਤੇ ਇੱਥੇ ਟੋਟਲ करंट ਆ ਜਿਹੜਾ ਇਹ ਦੇ ਰਿਹਾ ਆਪਾਂ ਨੂੰ, ठीक है। तो करंट इत्थों गया, वोल्टमीटर दे विच करंट नहीं जाऊगा। क्यों नहीं जाऊ? क्योंकि वोल्टमीटर की रेजिस्टेंस इनफाइनाइट है, तो आपां नूं पता जे इनफाइनाइट रेजिस्टेंस है तो करंट ये पाथ फॉलो बहुत घट करू, बहुत फ्रैक्शन 0.0000 एंपीयर, 0.00001 एंपीयर करंट इनू फॉलो करूगा। बाकी सारा करंट की होगा तिन्नां दे विच वंडिया जाऊगा, ठीक है जी। ये तिन्नां दे विच वंडिया जाऊगा। तो आपां इत्थे गल करदे हां, दिस इज यूअर पैरलल सर्किट। पैरलल दे विच इस तरह हुंदा। हुण आपां गल करदे हां भी ये तीन ला लियां, पर इहदे सारे सर्किट दे उत्ते रेजिस्टेंस दे उत्ते की इफैक्ट पऊ, की रेजिस्टेंस वधूगी या रेजिस्टेंस घटूगी। जिवें सीरीज़ च आपां देखिया रेजिस्टेंस वधी, कल्ले कल्ले दा ऐड कर गए आपां, उदों बाद अपने कोल इक्विवेलेंट रेजिस्टेंस आ गई। नाउ वी विल ड्राइव डेरिवेशन फॉर द इक्विवेलेंट रेजिस्टेंस ऑफ रेजिस्टर्स कनैक्टेड इन पैरलल। तो हुण बेटा आपां इत्थे इक्विवेलेंट रेजिस्टेंस का आर्टिकल ड्राइव करते हैं। उहदे लई उही कंसीडरेशनां ने लिखना शुरू करोगे। लेट अस कंसीडर a battery of voltage V is connected to 3 resistors
is connected to 3 resistors R1, R2 and R3 in parallel as shown in a figure. ठीक है जी, as shown in figure. And we know the fact that in parallel circuit voltage across each resistor remains same. In parallel circuit voltage across each resistor will remain same as applied voltage. Let us consider voltage across R1 is equal to V1. Let us consider voltage across R2 is equal to V2. Let us consider voltage across R3 is equal to V3. But इन्हों 1 लिख दो. But and let us consider voltage applied by battery V. But by the reference of point 1 की कह रहे हो सारियां सेम होणगियां. V1 is equal to V2 is equal to V3 is equal to V. ये पहला पॉइंट आप मैथमेटिकली लिख लिया. ये पॉइंट बेटा आप पहला की लिख लिया मैथमेटिकली लिख लिया. इनू उतार लियो. ठीक है, ये आर्टिकल का ही हिस्सा. लेट अस कंसीडर तो लैके ਜਦੋਂ ਤੋਂ मैं बोलना शुरू किया इत्थे तक ये सारा आर्टिकल का हिस्सा बेटा जी. ये उतार लियो सारा. ये पहला पॉइंट आप क्लीयर किया. ठीक है, हुण आप नैक्सट पॉइंट करंट वाला पॉइंट क्लीयर करते हैं. सैकेंड पॉइंट की है करंट वाला पॉइंट है बेटा. सैकेंड एज वी नो लिखो, एज वी नो इन पैरेलल सर्किट, ये 2 पा के लिखो. पैरेलल सर्किट की हुंदा है करंट थ्रू ईच रजिस्टर वेरीज किदे करके ड्यू टू ओहम्स लॉ. प्रूफ किया ना आपां ओहम्स लॉ करके. एंड सम ऑफ individual current is equal to current through the whole circuit. करंट थ्रू द होल सर्किट. ਇਹਦਾ बेटा इंग्लिश ਦੇ ਵਿੱਚ ਲਿਖਤਾ ਆਪਾਂ. ਇਹਦਾ मैथमेटिकल की थिंग आऊगी. मैथमेटिकली ਆਪਾਂ ਇਹਨੂੰ प्रूव लिखना जे ਤਾਂ ਆਪਾਂ ਕੀ ਕਹਾਂਗੇ. let us consider current through R1 is equal to I1. Let us consider current through
R2 is equal to I2. Let us consider current through R3 is equal to I3. Let us consider current through whole circuit I. So by point 2 ਜਿਹੜਾ ਆਪਾਂ ਸੈਕੰਡ ਪੁਆਇੰਟ ਲਿਖਿਆ ਹੈ, by point 2 I1 plus I2 plus I3 is equal to I. ਇਹ ਚੀਜ਼ ਲਿਖੀ ਹੈ ਨਾ ਆਪਾਂ ਉੱਥੇ, ਆਪਾਂ ਇਹ ਚੀਜ਼ ਲਿਖੀ ਹੈ ਉੱਥੇ, ਠੀਕ ਹੈ ਜੀ। ਇਹਨੂੰ ਯੂਜ਼ ਕਰਾਂਗੇ, ਇਹਨੂੰ ਮਾਰਕ ਕਰ ਲਓ A, ਇਹਨੂੰ ਯੂਜ਼ ਕਰਾਂਗੇ ਆਪਾਂ ਆਹ ਚੀਜ਼ ਨੂੰ, ਇਹਨੂੰ ਵੱਡਾ A ਮਾਰਕ ਕਰ ਲਓ, ਠੀਕ ਹੈ। ਚਲੋ ਨੈਕਸਟ ਸਟੈਪ ਦੇ ਵਿੱਚ ਕੀ ਕਰਨਾ, ਓਬਵੀਅਸਲੀ ਕੱਲੇ ਕੱਲੇ ਉੱਤੇ ਕੀ ਲਾਵਾਂਗੇ, ਓਹਮਜ਼ ਲਾ, ਕਿਉਂਕਿ ਮੈਂ ਇਹ ਚੀਜ਼ ਪ੍ਰੂਫ ਕਰਨੀ ਆ ਵੀ ਉਹ ਓਹਮਿਕ ਨੇਗੇ ਤੇ ਓਹਮਜ਼ ਲਾ ਉੱਤੇ ਲਾਗੂ ਹੁੰਦਾਗਾ, ਤਾਂ ਮੈਂ ਕੱਲੇ ਕੱਲੇ ਉੱਤੇ ਅਪਲਾਈ ਓਹਮਜ਼ ਲਾ ਔਨ R1, ਕੀ ਬਣੂਗਾ, V1 is equal to I1 R1, ਠੀਕ ਹੈ ਜੀ। ਇੱਥੋਂ ਮੈਂ ਕੀ ਕਰੂੰਗਾ, ਕਿਉਂਕਿ ਮੇਰੇ ਕੋਲ ਇੱਥੇ I1 I2 I3 ਆ, ਇਹ A ਆ, ਇਹ ਮੈਂ I1 ਦੀ ਵੈਲਿਊ ਕੱਢ ਲੂੰਗਾ। I1 ਦੀ ਵੈਲਿਊ ਕੀ ਆ, V1 upon R1 is equal to I1. Similarly I2 ਕੀ ਹੋਊਗਾ, V2 upon R2 and I3 ਕੀ ਹੋਊਗਾ, V3 upon R3. Now putting these, ਇਹਨੂੰ ਲਿਖ ਲਓ ਇਸ ਤਰ੍ਹਾਂ ਦਾ 1, ਇਹ second and this is third, putting first second and third in A, ਇਹ ਚ ਪੁੱਟ ਕਰ ਰਿਹਾ ਮੈਂ, ਇਹ ਚ ਪੁੱਟ ਕਰਕੇ ਮਤਲਬ ਮੈਂ ਕੀ ਚ ਪੁੱਟ ਕਰ ਰਿਹਾ, ਮੈਂ ਇਹ ਚ ਪੁੱਟ ਕਰ ਰਿਹਾ ਬੇਟਾ I1 plus I2 plus I3 is equal to I ਚ ਪੁੱਟ ਕਰ ਰਿਹਾ। ਸਾਰੇ ਸਰਕਿਟ ਦੇ ਉੱਤੇ ਜਦੋਂ ਮੈਂ ਲਾਉਂਗਾ, ਜਦੋਂ ਮੈਂ ਸਾਰੇ ਸਰਕਿਟ ਦੇ ਉੱਤੇ ਲਾਉਂਗਾ ਕਿ ਓਹਮਜ਼ ਲਾ, ਉਦੋਂ ਮੇਰੇ ਕੋਲ ਇਕੁਏਸ਼ਨ ਬਣੂ V is equal to IR for whole circuit and from here I is equal to V by R. ਇਹਨੂੰ ਮੈਂ ਕਰ ਲੈਣਾ 4, ਇਹ for whole circuit ਹੈ, ਠੀਕ ਹੈ। ਤਾਂ for whole circuit ਇਹ ਸਾਰੇ ਚੀਜ਼ ਮੈਂ ਉਰੇ ਪੁੱਟ ਕਰਦਾ। I1 ਦੀ ਜਗ੍ਹਾ ਮੈਂ ਕੀ ਕਰ ਰਿਹਾ, V1 upon R1 plus I2 ਦੀ ਜਗ੍ਹਾ V2 upon R2 plus I3 ਦੀ ਜਗ੍ਹਾ V3 upon R3 is equal to V upon R. But according to first point ਆਪਾਂ ਇਹ ਪ੍ਰੂਫ ਕਰ ਚੁੱਕੇ ਸੀ ਨਾ, V1 is equal to V2 is equal to V3 is equal to V, ਸਾਰਿਆਂ ਦੀ ਵੈਲਿਊ V ਪੁੱਟ ਕਰ ਦਿਓ ਇੱਥੇ, V upon R1 plus V upon R2 plus V upon R3 is equal to V upon R. ਇੱਥੇ ਆ ਗਏ ਬੇਟਾ ਆਪਾਂ ਇਹ ਚੀਜ਼ ਤੇ ਪਹੁੰਚ ਗਏ। ਚਲੋ ਆਪਾਂ ਆ ਚੁੱਕੇ ਹਾਂ V upon R1 plus V upon R2 plus V upon R3 is equal to V upon R. ਹੁਣ ਇਹਦੇ ਪੈਰਲਲ ਚ P ਪਾ ਦਿਓ, ਪੈਰ ਚ P ਪਾ ਦਿਓ। P ਦਾ ਮਤਲਬ ਕੀ, when these are in parallel, V ਕਾਮਨ ਆ ਗਿਆ ਬੇਟਾ, 1 upon R1 plus 1 upon R2 plus 1 upon R3 is equal to V upon RP. V ਨਾਲ V cancel, 1 upon R1 plus 1 upon R2 plus 1 upon R3 is equal to 1 by RP. Equivalent resistance ਆ ਗਈ ਹੈ। ਇਹ ਕੀ ਆ ਗਈ ਬੇਟਾ ਜੀ, equivalent resistance। ਤੇ ਨਾ ਐਕਚੁਅਲ ਰੈਜ਼ਿਸਟੈਂਸ ਤੋਂ ਘਟ ਜੂਗੀ, ਛੋਟੀ ਤੋਂ ਛੋਟੀ ਰੈਜ਼ਿਸਟੈਂਸ ਤੋਂ ਵੀ ਛੋਟੀ ਹੋ ਜੂ। ਲੈਟ ਅਸ ਸਪੋਜ਼, ਇਹਨੂੰ ਮੈਂ ਸੋਲਵ ਕਰਕੇ ਦਿਖਾਉਣਾ ਤੁਹਾਨੂੰ, ਰੈਸੀਪ੍ਰੋਕਲ ਦਾ ਸਮ ਇਜ਼ ਇਕੁਅਲ ਟੂ 1 ਬਾਈ RP। ਇਹ ਫਾਰਮੂਲਾ ਬਣ ਗਿਆ ਇਕੁਇਵਲੈਂਟ ਰੈਜ਼ਿਸਟੈਂਸ ਦਾ। ਤਾਂ ਮੈਂ ਸੋਲਵ ਕਰਕੇ ਦਿਖਾਉਣਾ। ਲੈਟ ਅਸ ਸਪੋਜ਼ R1 ਇਜ਼ ਇਕੁਅਲ ਟੂ 2 Ω, R2 ਇਜ਼ ਇਕੁਅਲ ਟੂ 4 Ω, R3 ਇਜ਼ ਇਕੁਅਲ ਟੂ 8 Ω। ਠੀਕ ਹੈ ਜੀ। ਤਾਂ ਇੱਥੇ ਮੈਂ ਕੀ ਕਰਦਾ, ਇਹ ਪੈਰਲਲ ਚ ਨੇ ਤੇ ਮੈਂ ਇਕੁਇਵਲੈਂਟ ਰੈਜ਼ਿਸਟੈਂਸ ਕੱਢਦਾ। ਮੈਂ ਕਿਵੇਂ ਕੱਢੂ, 1/2 plus 1/4 plus 1/8 is equal to 1/RP ਲਾਵਾਂਗੇ ਉਰੇ। ਉਰੇ ਕਈ ਬੱਚੇ ਕੀ ਕਰਦੇ ਨੇ ਨਾ, ਆਹ ਚੀਜ਼ ਤਾਂ ਐਵੇਂ ਕਰ ਲੈਣਗੇ, ਇੱਥੇ ਨਾ RP ਲਾ ਦਿੰਦੇ ਨੇ, ਉਹ ਫਿਰ ਗਲਤ ਹੋ ਜਾਊਗਾ, ਉਹਦੇ ਨਾਲ ਆਪਣਾ ਸਹੀ ਆਨਸਰ ਨਹੀਂ ਆਉਣਾ। ਕਿਵੇਂ ਨਹੀਂ ਆਉਣਾ ਮੈਂ ਤੁਹਾਨੂੰ ਦਿਖਾ ਦੂੰਗਾ। ਉਹ ਐਵੇਂ ਆ ਗਿਆ। ਹੁਣ ਇੱਥੇ LCM ਲੈ ਲਿਆ 8,
4 + 2 + 1 = 1/rp। ਤਾਂ ਆ ਗਿਆ ਪੁੱਤੇ ਕਿੰਨਾ 7/8 = 1/rp। ਇਹ 1/rp ਆਇਆ 7/8। 7/8 ਕੀ ਆਇਆ 1/rp। rp ਕਿੰਨਾ ਆਊਗਾ ਦੋਨਾਂ ਨੂੰ ਰੈਸੀਪ੍ਰੋਕੇਟ ਕਰ ਦੋ, ਦੋਨਾਂ ਨੂੰ ਕੀ ਕਰ ਦੋ ਰੈਸੀਪ੍ਰੋਕੇਟ। ਇਫ 7/8 = 1/rp then ਜੇ ਮੈਂ ਰੈਸੀਪ੍ਰੋਕੇਟ ਕਰਤਾ 8/7 = rp by 1 which means rp। ਠੀਕ ਹੈ ਬੇਟਾ। ਤਾਂ ਇਹ ਚੀਜ਼ ਦਾ ਖਾਸ ਖਿਆਲ ਰੱਖਣਾ, ਰੈਸੀਪ੍ਰੋਕੇਟ ਕਰਨਾ ਉਸ ਤੋਂ ਬਾਅਦ ਆਪਾਂ। ਤਾਂ ਇਹ ਇੱਕ ਨੂਮੈਰੀਕਲ ਵੀ ਹੋ ਗਿਆ ਆਪਣਾ, ਮੈਂ ਤੁਹਾਨੂੰ ਇੱਕ ਕਾਈਂਡ ਆਫ ਨੂਮੈਰੀਕਲ ਕਰਾਤਾ। ਤਾਂ ਇਹਦਾ ਜਿਹੜਾ ਵੈਲਿਊ ਆਊਗੀ ਦੇਖੋ 7 0.1 1.1 ਸਮਥਿੰਗ ਆਊਗੀ। ਇਹਦਾ ਮਤਲਬ ਜਿਹੜੀ ਮੇਰੀ ਲੀਸਟ ਰੈਜ਼ਿਸਟੈਂਸ ਸੀ ਉਹ ਤੋਂ ਵੀ ਘਟ ਗਈ। ਮਤਲਬ ਜਦੋਂ ਤੁਸੀਂ ਪੈਰਲਲ 'ਚ ਰਜਿਸਟਰ ਲਾ ਦਿੰਦੇ ਹੋ ਉਦੋਂ ਕੀ ਹੋ ਜਾਂਦਾ, ਉਦੋਂ ਐਕਚੁਅਲ ਰੈਜ਼ਿਸਟੈਂਸ ਤੋਂ ਵੀ ਜਿਹੜੀ ਘੱਟ ਤੋਂ ਘੱਟ ਰੈਜ਼ਿਸਟੈਂਸ ਆ ਉਹ ਤੋਂ ਵੀ ਵੈਲਿਊ ਘਟ ਜਾਂਦੀ ਆ। ਠੀਕ ਹੈ। ਤਾਂ ਕਈ ਵਾਰ ਇੱਥੇ ਆਪਾਂ ਨਾ ਸ਼ੰਟ ਰਜਿਸਟਰ ਯੂਜ਼ ਕਰਦੇ ਹਾਂ। ਮੰਨ ਲਓ ਆਪਾਂ ਰੈਜ਼ਿਸਟੈਂਸ ਬਹੁਤ ਘਟਾਉਣੀ ਹੋਵੇ, ਆਪਾਂ ਕੀ ਕਰਦੇ ਹਾਂ, ਮੇਰੇ ਕੋਲ 1000 ਓਹਮ ਦੀ ਰੈਜ਼ਿਸਟੈਂਸ ਆ ਤੇ ਮੈਂ ਰੈਜ਼ਿਸਟੈਂਸ ਨੂੰ ਬਹੁਤ ਘੱਟ ਕਰਨਾ, ਮੈਂ 1000 ਓਹਮ ਦੀ ਰੈਜ਼ਿਸਟੈਂਸ ਦੇ ਨਾਲ 1 ਓਹਮ ਦੀ ਰੈਜ਼ਿਸਟੈਂਸ ਪੈਰਲਲ ਚਲਾ ਦੂੰਗਾ। ਤੁਸੀਂ ਮੈਨੂੰ ਕੈਲਕੂਲੇਟ ਕਰਕੇ ਦੱਸੋ ਵੀ ਜੇ ਮੈਂ 1000 ਓਹਮ ਦੀ ਰੈਜ਼ਿਸਟੈਂਸ ਨਾਲ 1000 ਓਹਮ ਦੀ ਰੈਜ਼ਿਸਟੈਂਸ ਨਾਲ 1 ਓਹਮ ਦੀ ਰੈਜ਼ਿਸਟੈਂਸ ਮਤਲਬ ਇਸ ਤਰ੍ਹਾਂ ਪੈਰਲਲ ਚਲਾਤੀ, ਇਹ 1000 ਓਹਮ ਹੈ, ਇਹ 1 ਓਹਮ ਹੈ, ਇਹਨਾਂ ਦੀ ਇਕੁਇਵਲੈਂਟ ਰੈਜ਼ਿਸਟੈਂਸ ਕਿੰਨੀ ਬਣੂਗੀ, ਇਹਨਾਂ ਦੀ ਇਕੁਇਵਲੈਂਟ ਰੈਜ਼ਿਸਟੈਂਸ ਕਿੰਨੀ ਬਣੂਗੀ ਤੁਸੀਂ ਮੈਨੂੰ ਕੈਲਕੂਲੇਟ ਕਰਕੇ ਦੱਸਿਓ। ਤੁਸੀਂ ਦੇਖੋਗੇ ਉਹ 1 ਤੋਂ ਵੀ ਘੱਟ ਬਣੂਗੀ। ਉਹ ਕੀ ਬਣੂ 1 ਤੋਂ ਵੀ ਘੱਟ ਬਣੂਗੀ ਬੇਟਾ, ਇਹਦੀ ਪ੍ਰੋਪਰਟੀ ਆ। ਤਾਂ ਹੀ ਬੇਟਾ ਜਿਹੜੇ ਆਪਣੇ ਘਰ ਨੇ ਨਾ, ਘਰਾਂ 'ਚ ਆਪਣੇ ਕੋਲ ਪੈਰਲਲ ਫਿਟਿੰਗ ਹੁੰਦੀ ਆ। ਘਰਾਂ ਦੇ ਵਿੱਚ ਕਿਹੜੀ ਫਿਟਿੰਗ ਹੁੰਦੀ ਆ, ਪੈਰਲਲ ਫਿਟਿੰਗ ਹੁੰਦੀ ਆ। ਤਾਂ ਹੁੰਦੀ ਆ ਕਿਉਂਕਿ ਇਹਦੇ ਕਾਫੀ ਫਾਇਦੇ ਨੇ, ਪਰ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਇੰਪੋਰਟੈਂਟ ਫਾਇਦਾ ਉਹ ਇਹ ਆ ਵੀ ਆਪਾਂ ਨੂੰ ਪਤਾ ਆਪਣੇ ਜਿਹੜੇ ਅਪਲਾਈਐਂਸਿਸ ਨੇ ਉਹ ਕਾਫੀ ਰੈਜ਼ਿਸਟੈਂਸ ਦੇ ਨੇ, 20 30 400 500 ਹੁੰਦੇ ਨੇ। ਪਰ ਜਦੋਂ ਆਪਾਂ ਪੈਰਲਲ ਦੇ ਵਿੱਚ ਸਪਲਾਈ ਕਰਦੇ ਆ ਨਾ ਤਾਂ ਜਿਹੜੀ ਘੱਟ ਤੋਂ ਘੱਟ ਰੈਜ਼ਿਸਟੈਂਸ ਹੈ, ਠੀਕ ਹੈ, ਉਦੋਂ ਵੀ ਰੈਜ਼ਿਸਟੈਂਸ ਜਿਹੜੀ ਇਕੁਇਵਲੈਂਟ ਆਉਂਦੀ ਆ ਕਿਉਂਕਿ ਆਪਾਂ ਸਾਰਾ ਕੁਝ ਪੈਰਲਲ ਚਲਾਇਆ ਹੋਇਆ, ਉਦੋਂ ਵੀ ਘਟ ਜਾਂਦੀ ਆ। ਮਤਲਬ ਟੋਟਲ ਰੈਜ਼ਿਸਟੈਂਸ ਵਿਲ ਡਿਕਰੀਜ਼, ਟੋਟਲ ਰੈਜ਼ਿਸਟੈਂਸ ਡਿਕਰੀਜ਼ ਕਰ ਜਾਂਦੀ ਹੈ, ਇਨਕਰੀਜ਼ ਨਹੀਂ ਕਰਦੀ। ਇਹਦਾ ਦੂਜਾ ਫਾਇਦਾ ਵੀ ਆ, ਉਹ ਜਦੋਂ ਆਪਾਂ ਸਰਕਿਟ ਪੜਾਂਗੇ ਵੀ ਆਪਾਂ ਘਰੇ ਕਿਵੇਂ ਸਰਕਿਟ ਲਾਉਣੇ ਆ। ਇਹ ਤਾਂ ਇੱਕ ਫਾਇਦਾ ਹੋ ਗਿਆ ਸੀਰੀਜ਼ ਦਾ, ਪੈਰਲਲ ਦਾ ਅਕਰੋਸ ਸੀਰੀਜ਼। ਕਿਉਂਕਿ ਜੇ ਆਪਾਂ ਸੀਰੀਜ਼ ਦੇ ਵਿੱਚ ਲਾ ਦਈਏ, ਮਤਲਬ ਆਪਾਂ ਸੀਰੀਜ਼ ਦੇ ਵਿੱਚ ਕਾਫੀ ਜ਼ਿਆਦਾ ਲਾਤੇ, ਜਿਵੇਂ ਸੀਰੀਜ਼ ਦੇ ਵਿੱਚ ਮੈਂ ਲਾਤਾ, ਪਹਿਲੀ ਲਾਤਾ ਮੈਂ ਇੱਥੇ ਪੱਖਾ ਲਾਤਾ ਬੇਟਾ, ਫੈਨ ਲਾਤਾ, ਠੀਕ ਹੈ, ਫਿਰ ਨਾਲ ਹੀ ਮੈਂ ਇੱਥੇ ਟੀਵੀ ਲਾਤਾ, ਸੀਰੀਜ਼ ਦੇ ਵਿੱਚ ਹੀ ਲਾਤਾ, ਨਾਲ ਹੀ ਮੈਂ ਇੱਥੇ ਕੀ ਲਾਤਾ ਪੁੱਤਰ ਜੀ, ਇੱਥੇ ਮੈਂ ਨਾਲ ਹੀ ਲਾਤਾ ਆਪਣਾ ਏਸੀ ਲਾਤਾ, ਏਸੀ ਟੀਵੀ। ਇਹਨਾਂ ਸਾਰਿਆਂ ਦੀ ਰੈਜ਼ਿਸਟੈਂਸ ਬਹੁਤ ਜ਼ਿਆਦਾ ਆ ਤੇ ਮੈਂ ਇਹਨੂੰ ਇੱਕੋ ਹੀ ਸਪਲਾਈ ਨਾਲ ਅਟੈਚ ਕਰਤਾ, ਠੀਕ ਹੈ। ਤਾਂ ਇਹ ਵੀ ਰਜਿਸਟਰ ਹੈ, ਇਹ ਵੀ ਇੱਕ ਤਰ੍ਹਾਂ ਨਾਲ ਰਜਿਸਟਰ ਹੈ, ਇਹ ਵੀ ਇੱਕ ਤਰ੍ਹਾਂ ਨਾਲ ਰਜਿਸਟਰ ਹੈ। ਹੁਣ ਇਹਨੂੰ ਅਲੱਗ ਕਰੰਟ ਦੀ ਲੋੜ ਹੈ, ਇਹਨੂੰ ਅਲੱਗ ਕਰੰਟ ਦੀ ਲੋੜ ਹੈ, ਇਹਨੂੰ ਅਲੱਗ ਕਰੰਟ ਦੀ ਲੋੜ ਆ। ਤਾਂ ਜੇ ਮੈਂ ਸੀਰੀਜ਼ ਚਲਾਤਾ, ਇੱਕ ਤਾਂ ਪਹਿਲੀ ਗਲਤੀ ਕੀ ਹੋਊਗੀ, ਸਾਰਿਆਂ ਨੂੰ ਸੇਮ ਕਰੰਟ ਮਿਲੂਗਾ। ਸੇਮ ਕਰੰਟ ਤੇ ਸਾਰੇ ਚੱਲ ਹੀ ਨਹੀਂ ਸਕਦੇ ਕਿਉਂਕਿ ਇਹ ਅਲੱਗ ਕਰੰਟ ਭਾਲਦਾ, ਇਹ ਅਲੱਗ ਕਰੰਟ, ਇਹਨੂੰ ਅਮਾਊਂਟ ਆਫ ਕਰੰਟ ਅਲੱਗ ਆ। ਪਹਿਲੀ ਗੱਲ ਸੀਰੀਜ਼ 'ਚ ਆਪਾਂ ਲਾ ਨਹੀਂ ਸਕਦੇ, ਤਾਂ ਹੀ ਨਹੀਂ ਲਾ ਸਕਦੇ ਕਿਉਂਕਿ ਕਰੰਟ ਦੀ ਅਮਾਊਂਟ ਵੱਧ ਘੱਟ ਜਾਂਦੀ ਆ। ਦੂਜੀ ਕਿਉਂ ਨਹੀਂ ਲਾ ਸਕਦੇ, ਦੂਜਾ ਆਪਾਂ ਪੁੱਤ ਤਾਂ ਨਹੀਂ ਲਾ ਸਕਦੇ ਕਿਉਂਕਿ ਟੋਟਲ ਰੈਜ਼ਿਸਟੈਂਸ ਬਹੁਤ ਵੱਧ ਜੂਗੀ। ਇਹਦੀ ਰੈਜ਼ਿਸਟੈਂਸ ਪਲੱਸ ਇਹਦੀ ਰੈਜ਼ਿਸਟੈਂਸ ਪਲੱਸ ਇਹਦੀ ਰੈਜ਼ਿਸਟੈਂਸ ਹੋ ਜੂਗੀ, ਉਹਦੇ ਨਾਲ ਕੀ ਆ, ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਉਣ ਲੱਗ ਜੂਗਾ। ਤੀਜਾ ਰੀਜ਼ਨ ਹੋਰ ਆ, ਜੇ ਇਹਨਾਂ 'ਚੋਂ ਇੱਕ ਵੀ ਚੀਜ਼ ਖਰਾਬ ਹੋ ਗਈ, ਮੰਨ ਲਓ ਇਹ ਇੰਟਰਨਲੀ ਖਰਾਬ ਹੋ ਗਈ, ਅੱਗੇ ਕਰੰਟ ਹੀ ਨਹੀਂ ਜਾਣਾ, ਨਾ ਇਹ ਚੱਲੇ ਨਾ ਇਹ ਚੱਲੇ। ਸੀਰੀਜ਼ ਦੇ ਵਿੱਚ ਜੇ ਇੱਕ ਚੀਜ਼ ਖਰਾਬ ਹੋ ਜਾਏ ਤਾਂ ਅਗਲੀਆਂ ਚੀਜ਼ਾਂ ਨਹੀਂ ਚੱਲਦੀਆਂ। ਬੱਲਬ ਸੀਰੀਜ਼ ਚਲਾ ਕੇ ਦੇਖ ਲਿਓ, ਇੱਕ ਬੱਲਬ ਪਹਿਲਾਂ ਖਰਾਬ ਹੋ ਗਿਆ, ਪਿਛਲੇ ਸਾਰੇ ਬੱਲਬ ਬੰਦ ਹੋ ਜਾਣਗੇ, ਠੀਕ ਹੈ, ਉਹ ਪੂਰੀ ਲੜੀਏ ਖਰਾਬ ਹੋ ਜੂਗੀ, ਠੀਕ ਹੈ ਜੀ। ਤਾਂ ਸੀਰੀਜ਼ ਦੇ ਇਹ ਨੁਕਸਾਨ ਨੇ, ਪੈਰਲਲ ਦੇ ਇਹ ਨੁਕਸਾਨ ਨਹੀਂ ਹੈਗੇ। ਪੈਰਲਲ ਦੇ ਵਿੱਚ ਕੀ ਹੈ, ਮੈਂ ਹਰੇਕ ਨੂੰ ਅਲੱਗ ਤੋਂ ਕੀ ਦਿੱਤਾ, ਕਨੈਕਸ਼ਨ ਦਿੱਤਾ ਹੈਗਾ। ਇੱਧਰ ਮੈਂ ਅਲੱਗ ਤੋਂ ਕਨੈਕਸ਼ਨ ਦਿੱਤਾ ਟੀਵੀ ਨੂੰ, ਅਲੱਗ ਤੋਂ ਹੀ ਕਨੈਕਸ਼ਨ ਮੈਂ ਕਿਹਨੂੰ ਦਿੱਤਾ ਬੇਟਾ, ਏਸੀ ਨੂੰ ਦਿੱਤਾ, ਅਲੱਗ ਤੋਂ ਹੀ ਕਨੈਕਸ਼ਨ ਮੈਂ ਕਿਹਨੂੰ ਦਿੱਤਾ, ਫੈਨ ਨੂੰ ਦਿੱਤਾ। ਹੁਣ ਇਹ ਜਿਹੜੀਆਂ ਸੀਰੀਜ਼ ਦੀਆਂ ਡਰਾਬੈਕ ਸੀ ਉਹਨਾਂ ਨੂੰ ਕਵਰ ਕਰਦਾ। ਕੀ ਹੋ ਗਿਆ, ਟੀਵੀ ਨੂੰ ਅਲੱਗ ਕਰੰਟ ਚਾਹੀਦਾ, ਆਪਾਂ ਨੂੰ ਪਤਾ ਕਰੰਟ ਡਿਫਰੈਂਟ ਆਊਗਾ, ਪੈਰਲਲ ਦੇ ਵਿੱਚ ਅਲੱਗ ਕਰੰਟ ਮਿਲ ਗਿਆ। ਇਹਨੂੰ ਅਲੱਗ ਅਮਾਊਂਟ ਦਾ ਕਰੰਟ ਚਾਹੀਦਾ, ਅਲੱਗ ਕਰੰਟ ਮਿਲ ਗਿਆ। ਏਸੀ ਨੂੰ ਅਲੱਗ ਚਾਹੀਦਾ, ਇਹਨੂੰ ਅਲੱਗ ਮਿਲ ਗਿਆ, ਠੀਕ ਹੈ। ਤੇ ਟੋਟਲ ਰੈਜ਼ਿਸਟੈਂਸ ਡਿਕਰੀਜ਼ ਕਰ ਗਈ, ਟੋਟਲ ਰੈਜ਼ਿਸਟੈਂਸ ਕੀ ਕਰ ਗਈ, ਡਿਕਰੀਜ਼ ਕਰ ਗਈ। ਇਹਨੂੰ ਆਪਾਂ ਜ਼ਿਆਦਾ ਤਰੀਕੇ ਨਾਲ ਸਮਝਾਂਗੇ ਜਦੋਂ ਆਪਾਂ
ਡੋਮੈਸਟਿਕ ਪਾਵਰ ਸਪਲਾਈ ਦੀ ਡਾਇਗਰਾਮ ਬਣਾਵਾਂਗੇ। ਜਦੋਂ ਆਪਾਂ ਕੀ ਬਣਾਵਾਂਗੇ, ਡੋਮੈਸਟਿਕ ਪਾਵਰ ਸਪਲਾਈ ਦੀ ਡਾਇਗਰਾਮ। ਹਜੇ ਤੁਸੀਂ ਆਹ ਚੀਜ਼ਾਂ ਸਮਝ ਲਓ। ਟੋਟਲ ਰੈਜ਼ਿਸਟੈਂਸ ਡਿਕਰੀਜ਼ ਕਰ ਗਈ। ਹੁਣ ਕੀ ਹੈ, ਮੰਨ ਲਓ ਇਹ ਚੱਲਣੋਂ ਹਟ ਗਿਆ, ਇਹਨੂੰ ਆਫ ਕਰਤਾ ਆਪਾਂ ਜਾਂ ਇਹ ਚੱਲਣੋਂ ਹਟ ਗਿਆ, ਇਹਨਾਂ ਨੂੰ ਤਾਂ ਵੋਲਟੇਜ ਤੇ ਕਰੰਟ ਮਿਲ ਰਿਹਾ, ਇਹ ਤਾਂ ਚੱਲਣਗੇ, ਤਾਂ ਇਹ ਨਹੀਂ ਰੁਕਣਗੇ। ਤਾਂ ਪੈਰਲਲ ਦਾ ਇੱਕ ਇਹ ਫਾਇਦਾ ਹੋ ਗਿਆ। ਤਾਂ ਸੀਰੀਜ਼ ਤੇ ਪੈਰਲਲ ਦੇ ਇੱਕ ਕਾਊਂਟਰ ਆਪਾਂ ਕਹਿ ਸਕਦੇ ਹਾਂ, ਡਿਫਰੈਂਸਿਸ ਕਰ ਸਕਦੇ ਹਾਂ ਇਹਨਾਂ ਨੂੰ ਆਪਾਂ ਡਿਫਰੈਂਸਿਸ ਕਰ ਸਕਦੇ ਹਾਂ। ਤੇ ਆਪਾਂ ਕਹਿ ਸਕਦੇ ਹਾਂ ਵੀ ਸੀਰੀਜ਼ ਮਾੜੀ ਕਿਉਂ ਆ ਡੋਮੈਸਟਿਕ ਪਾਵਰ ਸਪਲਾਈ ਲਈ, ਤੇ ਜਿਹੜਾ ਪੈਰਲਲ ਆ ਉਹ ਕਿਉਂ ਚੰਗਾ ਡੋਮੈਸਟਿਕ ਪਾਵਰ ਸਪਲਾਈ ਲਈ। ਠੀਕ ਹੈ ਬੇਟਾ, ਤਾਂ ਇਹਦੇ ਰਿਗਾਰਡਿੰਗ ਤੁਹਾਨੂੰ ਨੋਟਸ ਵੀ ਮਿਲ ਜਾਣਗੇ। ਥੈਂਕ ਯੂ, ਦੈਟਸ ਆਲ ਫॉर ਟੂਡੇਜ਼।